उत्पत्त अध्याय 5। ये आदम दी कुलपत्री दी पोती है। जिस दिन परमेश्वर ने आदम ਨੂੰ ਉਤਪਤ ਕੀਤਾ, ਉਸਨੇ ਪਰਮੇਸ਼ਵਰ ਵਰਗਾ ਉਸਨੂੰ ਬਣਾਇਆ। ਨਰ ਨਾਰੀ ਉਹਨਾਂ ਨੂੰ ਉਤਪਤ ਕੀਤਾ ਤੇ ਉਹਨਾਂ ਨੂੰ ਆਸੀਸ ਦਿੱਤੀ। ਅਤੇ ਜਿਸ ਦਿਨ ਉਹਨਾਂ ਨੂੰ ਉਤਪਤ ਕੀਤਾ, ਉਹਨਾਂ ਦਾ ਨਾਮ ਆਦਮ ਰੱਖਿਆ। ਆਦਮ 130 ਵਰ੍ਹਿਆਂ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਅਤੇ ਉਸ ਦੇ ਸਰੂਪ ਉੱਤੇ ਜੰਮਿਆ ਅਤੇ ਉਸਨੇ ਉਹਦਾ ਨਾਮ ਸੇਤ ਰੱਖਿਆ। ਆਦਮ ਦੀ ਉਮਰ ਸੇਤ ਦੇ ਜੰਮਣ ਦੇ ਪਿੱਛੋਂ 800 ਵਰ੍ਹਿਆਂ ਦੀ ਸੀ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਆਦਮ ਦੇ ਜੀਵਨ ਦੀ ਸਾਰੀ ਉਮਰ 930 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਸੇਤ 150 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਅਨੋਸ ਜੰਮਿਆ ਅਤੇ ਅਨੋਸ ਦੇ ਜੰਮਣ ਦੇ ਪਿੱਛੋਂ ਸੇਤ 807 ਵਰ੍ਹਿਆਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਸੇਤ ਦੀ ਸਾਰੀ ਉਮਰ 912 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਅਨੋਸ 90 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਕੈਨਾਨ ਜੰਮਿਆ ਅਤੇ ਕੈਨਾਨ ਦੇ ਜੰਮਣ ਦੇ ਪਿੱਛੋਂ ਅਨੋਸ 815 ਵਰ੍ਹਿਆਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਅਨੋਸ ਦੀ ਸਾਰੀ ਉਮਰ 905 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਕੈਨਾਨ 70 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਮਹਲੇਲ ਜੰਮਿਆ ਅਤੇ ਮਹਲੇਲ ਦੇ ਜੰਮਣ ਦੇ ਪਿੱਛੋਂ ਕੈਨਾਨ 840 ਵਰ੍ਹਿਆਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਕੈਨਾਨ ਦੀ ਸਾਰੀ ਉਮਰ 910 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਮਹਲੇਲ 65 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਯਰਦ ਜੰਮਿਆ ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲੇਲ 830 ਵਰ੍ਹਿਆਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਮਹਲੇਲ ਦੀ ਸਾਰੀ ਉਮਰ 895 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਯਰਦ 162 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਹਨੋਕ ਜੰਮਿਆ ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ 800 ਵਰ੍ਹਿਆਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਯਰਦ ਦੀ ਸਾਰੀ ਉਮਰ 962 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਹਨੋਕ 65 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਮਤਸਲਾ ਜੰਮਿਆ ਅਤੇ ਮਤਸਲਾ ਦੇ ਜੰਮਣ ਦੇ ਪਿੱਛੋਂ ਹਨੋਕ 300 ਵਰ੍ਹਿਆਂ ਤੱਕ ਪਰਮੇਸ਼ਰ ਦੇ ਸੰਗ ਚੱਲਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਹਨੋਕ ਦੀ ਸਾਰੀ ਉਮਰ 365 ਵਰ੍ਹਿਆਂ ਦੀ ਸੀ। ਹਨੋਕ ਪਰਮੇਸ਼ਰ ਦੇ ਸੰਗ ਚੱਲਦਾ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ਰ ਨੇ ਉਸ ਨੂੰ ਲੈ ਲਿਆ। ਮਤਸਲਾ 187 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਲਾਮਕ ਜੰਮਿਆ ਅਤੇ ਲਾਮਕ ਦੇ ਜੰਮਣ ਦੇ ਪਿੱਛੋਂ ਮਤਸਲਾ 782 ਵਰ੍ਹਿਆਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਮਤਸਲਾ ਦੀ ਸਾਰੀ ਉਮਰ 969 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਲਾਮਕ 182 ਵਰ੍ਹਿਆਂ ਦਾ ਸੀ, ਉਸ ਤੋਂ ਇੱਕ ਪੁੱਤਰ ਜੰਮਿਆ ਅਤੇ ਇਹ ਕਹਿ ਕੇ ਉਸ ਦਾ ਨਾਮ ਨੂਹ ਰੱਖਿਆ ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਔਰ ਸਾਡੇ ਹੱਥਾਂ ਦੀ ਸਖਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ, ਜਿਸ ਉੱਤੇ ਯਹੋਵਾ ਦਾ ਸਰਾਪ ਪਿਆ ਹੋਇਆ ਹੈ, ਸਾਥ ਦੇਵੇਗਾ। ਨੂਹ ਦੇ ਜੰਮਣ ਦੇ ਪਿੱਛੋਂ ਲਾਮਕ 595 ਵਰ੍ਹਿਆਂ ਤੱਕ ਜਿਉਂਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਲਾਮਕ ਦੀ ਸਾਰੀ ਉਮਰ 717 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਨੂਹ 500 ਵਰ੍ਹਿਆਂ ਦਾ ਸੀ ਤਾਂ ਨੂਹ ਤੋਂ ਸੇਮ, ਹਾਮ ਅਤੇ ਜਾਫਤ ਜੰਮੇ। ਲੇਵੀਆਂ ਦੀ ਪੋਥੀ ਅਧਿਆਇ 9। ਪਹਿਲੀਆਂ ਬਲਾਂ। ਅਤੇ 8ਵੇਂ ਦਿਨ ਇਉਂ ਹੋਇਆ ਜੋ ਮੂਸਾ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ
ਅਤੇ ਉਸਨੇ ਹਾरून ਨੂੰ ਆਖਿਆ, ਪਾਪ ਦੀ ਪੈਂਟ ਦੇ ਲਈ ਤੂੰ ਇੱਕ ਪੱਛਾ ਅਤੇ ਹੋਮ ਦੀ ਭੇਂਟ ਲਈ ਇੱਕ ਚਤਰਾ ਪੱਜ ਤੋਂ ਰਹਿਤ ਲੈ ਕੇ ਉਹਨਾਂ ਨੂੰ ਯਹੋਵਾ ਦੇ ਅੱਗੇ ਚੜਾਵੀਂ। ਅਤੇ ਤੂੰ ਇਸਰਾਏਲੀਆਂ ਨੂੰ ਇਉਂ ਬੋਲ ਕਿ ਤੁਸੀਂ ਪਾਪ ਦੀ ਪੈਂਟ ਦੇ ਲਈ ਬੱਕਰੀਆਂ ਵਿੱਚੋਂ ਇੱਕ ਪੱਟ ਅਤੇ ਇੱਕ ਵਰੇ ਦਾ ਇੱਕ ਵੱਜਾ ਅਤੇ ਇੱਕ ਲੇਲੇ ਹੋਮ ਦੇ ਪੈਂਟ ਦੇ ਲਈ ਪੱਜ ਤੋਂ ਰਹਿਤ ਲੈਣਾ। ਨਾਲੇ ਸੁੱਖ ਸੰਤ ਦੀਆਂ ਪੈਂਟਾਂ ਦੇ ਲਈ ਇੱਕ ਬਲਦ ਅਤੇ ਇੱਕ ਚਤਰਾ ਯਹੋਵਾ ਦੇ ਅੱਗੇ ਚੜਾਉਣ ਲਈ ਅਤੇ ਇੱਕ ਤੇਲ ਨਾਲ ਰਲੀ ਹੋਈ ਮੇਵੇ ਦੀ ਪੈਂਟ, ਕਿਉਂ ਜੋ ਅੱਜ ਯਹੋਵਾ ਤੁਹਾਨੂੰ ਦਰਸ਼ਨ ਦੇਵੇਗਾ। ਅਤੇ ਜੋ ਕੁਝ ਮੂਸਾ ਆਗਿਆ ਦਿੱਤੀ ਸੀ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਏ। ਅਤੇ ਸਾਰੀ ਮੰਡਲੀ ਯਹੋਵਾ ਦੇ ਅੱਗੇ ਨੇੜੇ ਟੁਕ ਖਲੋਤੀ। ਅਤੇ ਮੂਸਾ ਆਖਿਆ, ਜੋ ਤੁਹਾਨੂੰ ਕਰਨ ਦੀ ਯਹੋਵਾ ਨੇ ਆਗਿਆ ਦਿੱਤੀ ਹੈ ਸੋ ਇਹ ਗੱਲ ਹੈ। ਅਤੇ ਯਹੋਵਾ ਦੇ ਪ੍ਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ। ਅਤੇ ਮੂਸਾ ਹਾरून ਨੂੰ ਆਖਿਆ, ਜਗਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਦੀ ਪੈਂਟ ਅਤੇ ਆਪਣੀ ਹੋਮ ਦੀ ਪੈਂਟ ਚੜਾਓ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸ਼ਚਿਤ ਕਰ ਅਤੇ ਲੋਕਾਂ ਦੀ ਪੈਂਟ ਚੜਾ ਕੇ ਉਹਨਾਂ ਦੀ ਪ੍ਰਾਸ਼ਚਿਤ ਕਰ, ਜਿਹਾ ਯਹੋਵਾ ਨੇ ਆਗਿਆ ਦਿੱਤੀ। ਸੋ ਹਾरून ਨੇ ਜਗਵੇਦੀ ਦੇ ਕੋਲ ਜਾ ਕੇ ਉਸ ਪਾਪ ਦੀ ਪੈਂਟ ਦੇ ਵੱਜੇ ਨੂੰ ਜੋ ਆਪਣੇ ਲਈ ਸੀ ਕੱਟਿਆ। ਅਤੇ ਹਾरून ਦੇ ਪੁੱਤਰ ਉਸਦਾ ਲਹੂ ਉਸਦੇ ਕੋਲ ਲੈ ਆਏ ਅਤੇ ਉਸਨੇ ਆਪਣੇ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦੀਆਂ ਸਿੰਗਾਂ ਉੱਤੇ ਪਾਇਆ ਅਤੇ ਜਗਵੇਦੀ ਦੇ ਹੇਠ ਲਹੂ ਡੋਲ ਦਿੱਤਾ। ਪਰ ਪਾਪ ਦੀ ਪੈਂਟ ਦੀ ਜਿਹੜੀ ਚਰਬੀ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਚਿੱਲੀ ਸੀ ਸੋ ਉਸਨੇ ਜਗਵੇਦੀ ਦੇ ਉੱਤੇ ਸਾੜੀ, ਜਿਹਾ ਯਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ। ਤੇ ਮਾਸ ਅਤੇ ਕੱਲ ਨੂੰ ਉਸਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ। ਅਤੇ ਉਸਨੇ ਹੋਮ ਦੀ ਪੈਂਟ ਨੂੰ ਕੱਟਿਆ ਅਤੇ ਹਾरून ਦੇ ਪੁੱਤਰ ਉਸਦੇ ਕੋਲ ਲਹੂ ਲਿਆਏ, ਜਿਸ ਨੂੰ ਉਸਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ। ਅਤੇ ਉਹ ਉਸਦੇ ਅੱਗੇ ਹੋਮ ਦੀ ਪੈਂਟ, ਉਸਦੇ ਟੋਟੀਆਂ ਅਤੇ ਉਸਦੇ ਸਿਰ ਸਣੇ ਲਿਆਏ ਅਤੇ ਉਸਨੇ ਉਹਨਾਂ ਨੂੰ ਜਗਵੇਦੀ ਉੱਤੇ ਸਾੜਿਆ। ਅਤੇ ਉਸਨੇ ਆਂਦਰਾਂ ਨੂੰ ਅਤੇ ਲੱਤਾਂ ਨੂੰ ਧੋ ਕੇ ਜਗਵੇਦੀ ਦੇ ਉੱਤੇ ਉਹਨਾਂ ਨੂੰ ਹੋਮ ਦੀ ਬਲੀ ਦੇ ਉੱਤੇ ਸਾੜਿਆ। ਤਾਂ ਉਹ ਲੋਕਾਂ ਦੀ ਪੈਂਟ ਲਿਆਇਆ ਅਤੇ ਜਿਹੜੀ ਲੋਕਾਂ ਦੇ ਲਈ ਪਾਪ ਦੀ ਪੈਂਟ ਸੀ ਉਸ ਬੱਕਰੇ ਨੂੰ ਲੈ ਕੇ ਉਸ ਨੂੰ ਕੱਟਿਆ ਅਤੇ ਪਹਿਲੇ ਵਾਂਗੂ ਉਸ ਨੂੰ ਪਾਪ ਦੇ ਲਈ ਚੜਾਇਆ। ਅਤੇ ਉਸਨੇ ਹੋਮ ਦੀ ਪੈਂਟ ਲਿਆ ਕੇ ਉਸ ਨੂੰ ਵਿਧੀ ਦੇ ਅਨੁਸਾਰ ਚੜਾਇਆ। ਅਤੇ ਉਹ ਮੇਵੇ ਦੀ ਪੈਂਟ ਲਿਆਇਆ ਅਤੇ ਉਸ ਤੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੇ ਹੋਮ ਕੋਲ ਸਾੜਿਆ। ਨਾਲੇ ਉਸਨੇ ਜਿਹੜੀ ਲੋਕਾਂ ਦੇ ਲਈ ਸੁੱਖ ਸ਼ਾਂਤ ਦੀਆਂ ਪੈਂਟਾਂ ਦੀ ਬਲੀ ਕਰਕੇ ਸੀ ਉਸ ਬਲਦ ਅਤੇ ਚਤਰੇ ਨੂੰ ਕੱਟਿਆ। ਅਤੇ ਹਾरून ਦੇ ਪੁੱਤਰ ਉਸਦੇ ਕੋਲ ਲਹੂ ਲਿਆਏ, ਜਿਸ ਨੂੰ ਉਸਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ। ਅਤੇ ਬਲਦ ਅਤੇ ਚਤਰੇ ਦੀ ਚਰਬੀ ਅਤੇ ਪੂਛ ਅਤੇ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਜਿਹੜੀ ਚਿੱਲੀ ਸੀ ਅਤੇ ਉਹਨਾਂ ਨੇ ਛਾਤੀਆਂ ਦੇ ਉੱਤੇ ਚਰਬੀ ਧਰੀ ਅਤੇ ਉਸਨੇ ਜਗਵੇਦੀ ਦੇ ਉੱਤੇ ਚਰਬੀ ਨੂੰ ਸਾੜਿਆ। ਅਤੇ ਹਾरून ਨੇ ਛਾਤੀਆਂ ਨੂੰ ਅਤੇ ਸੱਜੀ ਰਾਣ ਨੂੰ ਹਿਲਾਉਣ ਦੀ ਪੈਂਟ ਕਰਕੇ ਯਹੋਵਾ ਦੇ ਅੱਗੇ ਹਿਲਾਇਆ, ਜਿਹੀ ਮੂਸਾ ਨੇ ਆਗਿਆ ਦਿੱਤੀ ਸੀ। ਅਤੇ ਹਾरून ਨੇ ਲੋਕਾਂ ਦੀ ਵੱਲ ਆਪਣਾ ਹੱਥ ਪਸਾਰ ਕੇ ਉਹਨਾਂ ਨੂੰ ਆਸੀਸ ਦਿੱਤੀ। ਅਤੇ ਪਾਪ ਦੀ ਪੈਂਟ ਅਤੇ ਹੋਮ ਦੀ ਪੈਂਟ ਅਤੇ ਸੁੱਖ ਸ਼ਾਂਤੀ ਦੀਆਂ ਪੈਂਟਾਂ ਦੇ ਚੜਾਉਣ ਤੋਂ ਹਟਾ ਆਇਆ। ਅਤੇ ਮੂਸਾ ਅਤੇ ਹਾरून ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿਕਲ ਕੇ ਲੋਕਾਂ ਨੂੰ ਆਸੀਸ ਦਿੱਤੀ ਅਤੇ ਯਹੋਵਾ ਦੇ ਪ੍ਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ।
ਅਤੇ ਯਹੋਵਾ ਦੇ ਅੱਗੋਂ ਇੱਕ ਅੱਗ ਨਿਕਲ ਕੇ ਉਸ ਹੋਮ ਦੀ ਪੈਂਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ। ਜਾਂ ਸਾਰੇ ਲੋਕਾਂ ਨੇ ਡਿੱਠਾ ਤਾਂ ਹਾਕਾਂ ਮਾਰ ਕੇ ਮੂੰਹ ਪਰਨੇ ਡਿੱਗੇ। ਲੇਵੀਆਂ ਦੀ ਪੋਥੀ ਅਧਿਆਇ 10। ਹਾरून ਦੇ ਪੁੱਤਰਾਂ ਨਾਦਾਬ ਔਰ ਅਬੀਹੂ ਨੇ ਆਪੋ ਆਪਣੀ ਧੂਪਦਾਨੀ ਲੈ ਕੇ ਉਸ ਦੇ ਵਿੱਚ ਅੱਗ ਧਰੀ ਅਤੇ ਉਸ ਦੇ ਉੱਤੇ ਧੂਪ ਪਾ ਕੇ ਯਹੋਵਾ ਦੇ ਅੱਗੇ ਉਪਰਾ ਧੂਪ ਦਿਖਾਇਆ ਜਿਸ ਤੋਂ ਉਸਨੇ ਵਰਜਿਆ ਸੀ। ਅਤੇ ਯਹੋਵਾ ਦੇ ਅੱਗੋਂ ਇੱਕ ਅੱਗ ਨਿਕਲ ਕੇ ਉਹਨਾਂ ਨੂੰ ਭਸਮ ਕਰ ਗਈ ਅਤੇ ਉਹ ਯਹੋਵਾ ਦੇ ਅੱਗੇ ਮਰ ਗਏ। ਤਦ मूसा ने हारून ਨੂੰ ਆਖਿਆ, ਇਹ ਉਹ ਗੱਲ ਹੈ ਜੋ ਯਹੋਵਾ ਨੇ ਇਉਂ ਬੋਲੀ ਸੀ, ਭਈ ਮੈਂ ਉਹਨਾਂ ਦੇ ਸਾਹਮਣੇ ਜੋ ਮੇਰੇ ਨੇੜੇ ਟੁਕਦੇ ਹਨ ਪਵਿੱਤਰ ਹੋਵਾਂਗਾ ਅਤੇ ਸਭਨਾਂ ਲੋਕਾਂ ਦੇ ਸਾਹਮਣੇ ਮੇਰੀ ਵਡਿਆਈ ਹੋਵੇਗੀ। ਅਤੇ ਹਾरून ਚੁੱਪ ਕਰ ਗਿਆ। ਅਤੇ मूसा ਨੇ ਹਾरून ਦੇ ਚਾਚੇ ਉਜੀਏਲ ਦੇ ਪੁੱਤਰ ਸਿਮਾਏਲ ਅਤੇ ਖਿਲਜਾਫਾਨ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਨੇੜੇ ਆਵੋ ਅਤੇ ਆਪਣੀਆਂ ਪਾਈਆਂ ਨੂੰ ਪਵਿੱਤਰ ਅਸਥਾਨ ਦੇ ਅੱਗੋਂ ਡੇਰੇ ਦੇ ਬਾਹਰ ਚੁੱਕ ਲਿਜਾਓ। ਸੋ ਨੇੜੇ ਜਾ ਕੇ ਉਹਨਾਂ ਨੂੰ ਉਹਨਾਂ ਦੀਆਂ ਕੁੜਤੀਆਂ ਸਣੇ ਡੇਰੇ ਤੋਂ ਬਾਹਰ ਚੁੱਕ ਲੈ ਗਏ ਜਿਹਾ मूसा ਨੇ ਆਖਿਆ। ਅਤੇ मूसा ਨੇ ਹਾरून ਅਤੇ ਉਸਦੇ ਪੁੱਤਰ ਅਲਆਜ਼ਾਰ ਅਤੇ ਇਥਾਮਾਰ ਨੂੰ ਆਖਿਆ, ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਆਪਣੀਆਂ ਲੀੜੀਆਂ ਨੂੰ ਪਾੜੋ। ਅਜਿਹਾ ਨਾ ਹੋਵੇ ਜੋ ਤੁਸੀਂ ਵੀ ਮਰ ਜਾਓ ਅਤੇ ਸਾਰਿਆਂ ਲੋਕਾਂ ਉੱਤੇ ਕ੍ਰੋਧ ਪੈ ਜਾਏ। ਪਰ ਤੇਰੇ ਲਈ ਤੇਰੇ ਭਾਈ ਅਰਥਾਤ ਇਸਰਾਏਲ ਦਾ ਸਾਰਾ ਘਰਾਨਾ ਉਸ ਸਾੜਨ ਦਾ ਸੋਗ ਕਰੇ ਜਿਹੜਾ ਯਹੋਵਾ ਨੇ ਜਗਾਇਆ ਸੀ। ਅਤੇ ਤੁਸਾਂ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਬਾਹਰ ਨਾ ਨਿਕਲਣਾ। ਅਜਿਹਾ ਨਾ ਹੋਵੇ ਜੋ ਤੁਸੀਂ ਮਰ ਜਾਵੋ, ਕਿਉਂਜੋ ਯਹੋਵਾ ਦਾ ਮਸਾ ਕਰਨ ਦਾ ਤੇਲ ਤੁਹਾਡੇ ਉੱਤੇ ਹੈ। ਅਤੇ ਉਹਨਾਂ ਨੇ मूसा ਦੇ ਵਚਨ ਦੇ ਅਨੁਸਾਰ ਕੀਤਾ। ਅਤੇ ਯਹੋਵਾ ਹਾरून ਨਾਲ ਬੋਲਿਆ ਕਿ ਕੋਈ ਮਦ ਜਾਂ ਨਸ਼ਾ ਨਾ ਪੀਣਾ, ਨਾ ਤੂੰ ਨਾ ਤੇਰੇ ਸਣੇ ਤੇਰੇ ਪੁੱਤਰ, ਜਿਸ ਵੇਲੇ ਤੁਸੀਂ ਮੰਡਲੀ ਦੇ ਡੇਰੇ ਵਿੱਚ ਜਾਓ, ਜੋ ਤੁਸੀਂ ਮਰੋ ਨਾ। ਇਹ ਤੁਹਾਡੀਆਂ ਪੀੜ੍ਹੀਆਂ ਤੀਕਰ ਇੱਕ ਸਦਾ ਦੀ ਵਿਧੀ ਹੋਵੇ, ਤਾਂ ਜੋ ਤੁਸੀਂ ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਅਤੇ ਸੁੱਧ ਅਤੇ ਅਸੁੱਧ ਦੇ ਵਿੱਚ ਭੇਦ ਰੱਖੋ। ਅਤੇ ਤਾਂ ਜੋ ਤੁਸੀਂ ਇਸਰਾਏਲੀਆਂ ਨੂੰ ਉਹਨਾਂ ਸਭਨਾਂ ਵਿਧਾਂ ਨੂੰ ਜੋ ਯਹੋਵਾ ਨੇ ਉਹਨਾਂ ਨੂੰ मूसा ਦੀ ਰਾਹੀਂ ਆਖਿਆ ਸਨ ਸਿਖਾਵੋ। ਤਾਂ मूसा ਨੇ ਹਾरून ਅਤੇ ਉਸਦੇ ਪੁੱਤਰਾਂ ਅਲਆਜ਼ਾਰ ਅਤੇ ਇਥਾਮਾਰ ਨੂੰ ਜਿਹੜੇ ਬੱਚੇ ਸਨ ਆਖਿਆ, ਯਹੋਵਾ ਦੀਆਂ ਅੱਗ ਦੀਆਂ ਪੈਂਟਾਂ ਵਿੱਚੋਂ ਜਿਹੜੀ ਮੈਦੇ ਦੀ ਪੈਂਟ ਰਹਿੰਦੀ ਹੈ ਉਸ ਨੂੰ ਲੈ ਕੇ ਜਗਵੇਦੀ ਦੀ ਕੋਲ ਕੁਮੀਰ ਤੋਂ ਬਿਨਾ ਖਾਵੋ, ਕਿਉਂਜੋ ਉਹ ਅਤ ਪਵਿੱਤਰ ਹੈ। ਅਤੇ ਤੁਸਾਂ ਉਸ ਨੂੰ ਪਵਿੱਤਰਤਾ ਵਿੱਚ ਖਾਣਾ, ਕਿਉਂਜੋ ਯਹੋਵਾ ਦੀਆਂ ਅੱਗ ਦੀਆਂ ਬਲੀਆਂ ਵਿੱਚੋਂ ਇਹ ਤੇਰਾ ਅਤੇ ਤੇਰੇ ਪੁੱਤਰ ਦਾ ਅਧਿਕਾਰ ਹੈ, ਕਿਉਂਜੋ ਮੈਨੂੰ ਇਹੋ ਆਗਿਆ ਹੋਈ ਹੈ। ਅਤੇ ਤੁਸਾਂ ਹਿਲਾਉਣ ਦੀ ਛਾਤੀ ਅਤੇ ਚੁਕਾਈ ਦੀ ਰਾਨ ਸੁਧਰੀ ਤਾਂ ਵਿੱਚ ਖਾਣਾ, ਤੂੰ ਅਤੇ ਤੇਰਾ ਪੁੱਤਰ ਅਤੇ ਤੇਰੀਆਂ ਧੀਆਂ ਤੇਰੇ ਸਣੇ, ਕਿਉਂਜੋ ਇਸਰਾਏਲੀਆਂ ਦੇ ਸੁੱਖ ਸ਼ਾਂਤੀ ਦੀਆਂ ਪੈਂਟਾਂ ਦੀਆਂ ਬਲੀਆਂ ਵਿੱਚੋਂ ਜੋ ਦਿੱਤੀਆਂ ਜਾਂਦੀਆਂ ਹਨ, ਇਹ ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ। ਉਹ ਚੁਕਾਈ ਦੀ ਰਾਨ ਨੂੰ ਅਤੇ ਹਿਲਾਉਣ ਦੀ ਛਾਤੀ ਨੂੰ ਚਰਬੀ ਦੀਆਂ ਅੱਗ ਦੀਆਂ ਪੈਂਟਾਂ ਸਣੇ ਯਹੋਵਾ ਦੇ ਅੱਗੇ ਹਿਲਾਉਣ ਦੀ ਪੈਂਟ ਕਰਕੇ ਹਿਲਾਉਣ ਲਈ ਲਿਆਉਣ। ਅਤੇ ਇਹ ਇੱਕ ਸਦਾ ਦੀ ਵਿਧੀ ਕਰਕੇ ਤੇਰਾ ਅਤੇ ਤੇਰੇ ਪੁੱਤਰਾਂ ਦਾ ਤੇਰੇ ਸਣੇ ਹੋਵੇਗਾ, ਜਿਹੀ ਯਹੋਵਾ ਨੇ ਆਗਿਆ ਦਿੱਤੀ। ਤਾਂ मूसा ਨੇ ਬੜੇ ਯਤਨ ਨਾਲ ਪਾਪ ਦੀ ਪੈਂਟ ਦੇ ਬੱਕਰੇ ਨੂੰ ਢੂੰਡਿਆ ਅਤੇ ਵੇਖੋ ਉਹ ਸਾੜਿਆ ਗਿਆ। ਅਤੇ ਹਾरून ਦੇ ਪੁੱਤਰ ਅਲਆਜ਼ਾਰ ਅਤੇ ਇਥਾਮਾਰ ਨਾਲ ਜਿਹੜੇ ਬੱਚੇ ਸਨ ਇਉਂ ਆਖ ਕੇ ਕ੍ਰੋਧੀ ਹੋਇਆ, ਭਈ ਤੁਸਾਂ ਪਾਪ ਦੀ ਭੇਂਟ ਨੂੰ ਪਵਿੱਤਰਤਾ ਵਿੱਚ ਕਿਉਂ ਨਹੀਂ ਖਾਧਾ?
ਉਹ ਅਤ ਪਵਿੱਤਰ ਜੋ ਹੈ। ਅਤੇ ਯਹੋਵਾ ਨੇ ਮੰਡਲੀ ਦੇ ਪਾਪ ਚੁੱਕਣ ਲਈ ਅਤੇ ਯਹੋਵਾ ਦੇ ਅੱਗੇ ਪ੍ਰਾਸ਼ਚਿਤ ਕਰਨ ਲਈ ਤੁਹਾਨੂੰ ਜੋ ਦਿੱਤਾ, ਵੇਖੋ ਉਸ ਦਾ ਲਹੂ ਪਵਿੱਤਰ ਥਾਂ ਵਿੱਚ ਆਂਦਾ ਨਹੀਂ ਗਿਆ। ਤੁਸਾਂ ਉਸ ਨੂੰ ਪਵਿੱਤਰ ਥਾਂ ਵਿੱਚ ਜ਼ਰੂਰ ਖਾਣਾ ਸੀ, ਜਿਹਾ ਮੈਂ ਆਗਿਆ ਦਿੱਤੀ। ਅਤੇ ਹਾਰੂਨ ਨੇ ਮੂਸਾ ਨੂੰ ਆਖਿਆ, ਵੇਖੋ ਅੱਜ ਦੇ ਦਿਨ ਉਹਨਾਂ ਨੇ ਆਪਣੀ ਪਾਪ ਦੀ ਭੇਂਟ ਅਤੇ ਆਪਣੀ ਹੋਮ ਦੀ ਭੇਂਟ ਯਹੋਵਾ ਦੇ ਅੱਗੇ ਚੜਾਈ ਅਤੇ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਹੋਇਆ। ਅਤੇ ਜੇ ਮੈਂ ਅੱਜ ਦੇ ਦਿਨ ਪਾਪ ਦੀ ਭੇਂਟ ਜੋ ਖਾਂਦਾ ਤਾਂ ਭਲਾ ਉਹ ਯਹੋਵਾ ਦੇ ਅੱਗੇ ਮੰਨਿਆ ਜਾਂਦਾ। ਅਤੇ ਜਾਂ ਮੂਸਾ ਨੇ ਇਹ ਸੁਣਿਆ ਤਾਂ ਰਾਜੀ ਹੋ ਗਿਆ। ਮਤੀ ਦੀ ਇੰਜੀਲ ਅਧਿਆਇ 5। ਭੀੜ ਨੂੰ ਵੇਖ ਕੇ ਉਹ ਪਹਾੜ ਉਤੇ ਚੜ ਗਿਆ, ਔਰ ਜਦ ਬੈਠਾ ਤਦ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਸਨੇ ਆਪਣਾ ਮੂੰਹ ਖੋਲਿਆ ਅਤੇ ਉਹਨਾਂ ਨੂੰ ਇਹ ਉਪਦੇਸ਼ ਦੇਣ ਲੱਗਾ, ਧੰਨ ਉਹ ਜਿਹੜਾ ਦਿਲ ਦੇ ਗਰੀਬ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ। ਧੰਨ ਉਹ ਜਿਹੜੇ ਸੋਗ ਕਰਦੇ ਹਨ, ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ। ਧੰਨ ਉਹ ਜਿਹੜੇ ਹਲੀਮ ਹਨ, ਕਿਉਂ ਜੋ ਉਹ ਧਰਤੀ ਦੇ ਵਾਰਸ ਹੋਣਗੇ। ਧੰਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ, ਕਿਉਂ ਜੋ ਉਹ ਰਜਾਏ ਜਾਣਗੇ। ਧੰਨ ਉਹ ਜਿਹੜੇ ਦਇਆਵਾਨ ਹਨ, ਕਿਉਂ ਜੋ ਉਹਨਾਂ ਉਤੇ ਦਇਆ ਕੀਤੀ ਜਾਵੇਗੀ। ਧੰਨ ਉਹ ਜਿਹੜੇ ਸੁੱਧ ਮਨ ਹਨ, ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ। ਧੰਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ, ਕਿਉਂ ਜੋ ਉਹ ਪਰਮੇਸ਼ਰ ਦੇ ਪੁੱਤਰ ਕਹਾਉਣਗੇ। ਧੰਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ। ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਆਨੰਦ ਹੋਵੋ ਅਤੇ ਖੁਸ਼ੀ ਕਰੋ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਇਸ ਲਈ ਜੋ ਉਹਨਾਂ ਨੇ ਤੁਹਾਤੋਂ ਅਗਲੀਆਂ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ। ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਵਿਧ ਸਲੂਣਾ ਕੀਤਾ ਜਾਵੇਗਾ। ਉਹ ਫਿਰ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿਧਿਆ ਜਾਵੇ। ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉਤੇ ਵਸਦਾ ਹੈ ਉਹ ਕੁੱਜਾ ਨਹੀਂ ਰਹਿ ਸਕਦਾ ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ, ਸਗੋਂ ਦੀਵਟ ਉਤੇ ਰੱਖਦੇ ਹਨ, ਤਾਂ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨ। ਇਹ ਨਾ ਸਮਝੋ ਭਈ ਮੈਂ ਤੁਰੇਤ ਜਾਂ ਨਬੀਆਂ ਨੂੰ ਖੰਡਨ ਆਇਆ ਹਾਂ। ਮੈਂ ਖੰਡਨ ਨਹੀਂ, ਸਗੋਂ ਪੂਰੀਆਂ ਕਰਨ ਨੂੰ ਆਇਆ ਹਾਂ। ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਆਕਾਸ਼ ਅਤੇ ਧਰਤੀ ਟਲ ਨਾ ਜਾਣ, ਇੱਕ ਅੱਖਰ ਜਾਂ ਇੱਕ ਬਿੰਦੀ ਵੀ ਤੁਰੇਤ ਦੀ ਨਾ ਟਲੇਗੀ, ਜਦ ਤੱਕ ਸਭ ਕੁਝ ਪੂਰਾ ਨਾ ਹੋਵੇ। ਸੋ ਜੋ ਕੋਈ ਇਨ੍ਹਾਂ ਸਭਨਾਂ ਤੋਂ ਛੋਟੀਆਂ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ ਅਤੇ ਇਸੇ ਤਰ੍ਹਾਂ ਮਨੁੱਖਾਂ ਨੂੰ ਸਿਖਲਾਵੇ, ਸੋ ਸਵਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ। ਪਰ ਜਿਹੜਾ ਉਹਨਾਂ ਦੀ ਪਾਲਣਾ ਕਰੇ ਅਤੇ ਸਿਖਲਾਵੇ, ਉਹ ਸਵਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ, ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ। ਤੁਸਾਂ ਸੁਣਿਆ ਹੈ ਜੋ ਅਗਲੀਆਂ ਨੂੰ ਇਹ ਕਿਹਾ ਗਿਆ ਸੀ, ਤੂੰ ਕੂਣ ਨਾ ਕਰ, ਅਤੇ ਜੋ ਕੋਈ ਕੂਣ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣਾ ਭਰਾ ਉਤੇ ਕ੍ਰੋਧ ਕਰੇ, ਉਹ ਅਦਾਲਤ ਵਿੱਚ ਸਜ਼ਾ ਦਾ ਲਾਇਕ ਹੋਵੇਗਾ। ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ,
ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ, ਪਰ ਜਿਹੜਾ ਕਹੇ ਮੂਰਖ ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ। ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਪੈਂਟ ਚੜਾਉਣ ਲੱਗੇ ਔਰ ਉੱਤੇ ਤੈਨੂੰ ਚੇਤੇ ਆਵੇ ਜੋ ਮੈਂ ਆਪਣਾ ਭਰਾ ਨਾਲ ਕੋਟ ਕਮਾਇਆ ਹੈ, ਤਾਂ ਉੱਤੇ ਆਪਣੀ ਪੈਂਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ, ਪਿੱਛੋਂ ਆਣ ਕੇ ਆਪਣੀ ਪੈਂਟ ਚੜਾ। ਜਿੰਨਾ ਚਿਰ ਤੂੰ ਆਪਣੇ ਮਦਈ ਨਾਲ ਰਸਤੇ ਵਿੱਚ ਹੈ, ਛੇਤੀ ਉਹਦੇ ਨਾਲ ਮਿਲਾਪ ਕਰ, ਮਤੇ ਮਦਈ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ। ਮੈਂ ਤੈਨੂੰ ਸੱਚ ਆਖਦਾ ਹਾਂ ਭਈ, ਜਿੰਨਾ ਚਿਰ ਤੂੰ ਕੌੜੀ ਕੌੜੀ ਨਾ ਭਰ ਦੇਵੇਂ, ਉਤੋਂ ਕਿਸੇ ਵਿਧ ਨਾ ਛੁੱਟੇਗਾ। ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ਭਈ ਤੂੰ ਜਨਾ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ, ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾ ਕਰ ਚੁੱਕਿਆ। ਔਰ ਜੇ ਤੇਰੇ ਸੱਜੀ ਹੱਕ ਤੈਨੂੰ ਠੋਕਰ ਖਵਾਵੇ, ਤਾਂ ਉਹਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਓ, ਕਿਉਂ ਜੋ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ, ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ। ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖਵਾਵੇ, ਤਾਂ ਉਹਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦਿਓ, ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ, ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਜਾਵੇ। ਅਤੇ ਇਹ ਵੀ ਕਿਹਾ ਗਿਆ ਸੀ ਭਈ ਜਿਹੜਾ ਆਪਣੀ ਤੀਵੀ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰੀ ਲਿਖ ਦੇਵੇ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜਿਹੜਾ ਆਪਣੀ ਤੀਵੀ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬਬ ਨਾਲ ਤਿਆਗੇ, ਉਹ ਉਸ ਕੋਲੋਂ ਜਨਾ ਕਰਾਉਂਦਾ ਹੈ, ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜਨਾ ਕਰਦਾ ਹੈ। ਫਿਰ ਤੁਸਾਂ ਸੁਣਿਆ ਹੈ ਜੋ ਅਗਲੀਆਂ ਨੂੰ ਇਹ ਕਿਹਾ ਗਿਆ ਸੀ, ਭਈ ਤੂੰ ਝੂਠੀ ਸੌ ਨਾ ਖਾ, ਪਰ ਪ੍ਰਭੂ ਦੇ ਲਈ ਆਪਣੀਆਂ ਸੌ ਪੂਰੀਆਂ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਕਦੀ ਵੀ ਸੌ ਨਾ ਖਾਣੀ, ਨਾ ਆਕਾਸ਼ ਦੀ, ਇਸ ਲਈ ਜੋ ਉਹ ਪਰਮੇਸ਼ਰ ਦਾ ਸਿੰਘਾਸਨ ਹੈ, ਅਤੇ ਨਾ ਧਰਤੀ ਦੀ, ਇਸ ਲਈ ਜੋ ਉਹ ਉਸਦੇ ਚਰਨਾਂ ਦੀ ਚੌਂਕੀ ਹੈ, ਅਤੇ ਨਾ ਯਰੂਸ਼ਲਮ ਦੀ, ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ, ਅਤੇ ਨਾ ਆਪਣੇ ਸਿਰ ਦੀ ਸਹੁੰ ਖਾਓ, ਕਿਉਂ ਜੋ ਤੂੰ ਇੱਕ ਵਾਲ ਨੂੰ ਕੌਲਾ ਜਾਂ ਕਾਲਾ ਨਹੀਂ ਕਰ ਸਕਦਾ ਹੈ। ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ, ਔਰ ਜੋ ਇਹਨਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ। ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ, ਸਗੋਂ ਜੋ ਕੋਈ ਤੇਰੀ ਸੱਜੀ ਗਲ ਉੱਤੇ ਚਪੇੜਾ ਮਾਰੇ, ਤੂੰ ਹੀ ਵੀ ਉਸਦੀ ਵੱਲ ਵਾ ਦੇ, ਅਤੇ ਜਿਹੜਾ ਤੇਰੇ ਉੱਤੇ ਨਾਜ਼ ਕਰਕੇ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਹਨੂੰ ਚਾਦਰ ਵੀ ਲੈਣ ਦਿਓ। ਅਤੇ ਜੋ ਕੋਈ ਤੈਨੂੰ ਇੱਕ ਕੋਹ ਵਿਗਾਰੇ ਲੈ ਜਾਵੇ, ਤਾਂ ਉਹਦੇ ਨਾਲ ਦੋ ਕੋਹ ਚਲਿਆ ਜਾ। ਜਿਹੜਾ ਤੇਤੋਂ ਮੰਗੇ ਉਹਨੂੰ ਦਿਓ, ਅਤੇ ਜੋ ਤੇਰੇ ਕੋਲੋਂ ਉਧਾਰ ਮੰਗੇ ਉਸ ਤੋਂ ਮੂੰਹ ਨਾ ਮੋੜ। ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ, ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ, ਤਾਂ ਜੋ ਤੁਸਾਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ ਪੁੱਤਰ ਹੋਵੋ, ਕਿਉਂ ਜੋ ਉਹ ਆਪਣਾ ਸੂਰਜ ਬੁਰੀਆਂ ਅਤੇ ਭਲੀਆਂ ਉੱਤੇ ਚਾੜਦਾ ਹੈ, ਅਤੇ ਧਰਮੀਆਂ ਅਤੇ ਕੁਦਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ। ਜੇ ਤੁਸੀਂ ਉਹਨਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਤੁਹਾਡਾ ਕੀ ਫਲ ਹੈ? ਭਲਾ ਮਸੂਲੀਏ ਵੀ ਇਹੋ ਨਹੀਂ ਕਰਦੇ? ਅਤੇ ਜੇਕਰ ਤੁਸੀਂ
ਨਿਰਾ ਆਪਣੇ ਪਾਇਆ ਨੂੰ ਪ੍ਰਣਾਮ ਕਰੋ ਤਾਂ ਤੁਸੀਂ ਇੱਕ ਵੱਧ ਕਰਦੇ ਹੋ। ਭਲਾ ਪਰਾਈ ਕੌਮਾਂ ਦੇ ਲੋਕ ਵੀ ਇਹੋ ਨਹੀਂ ਕਰਦੇ। ਸੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤਿਵੇਂ ਤੁਸੀਂ ਵੀ ਸੰਪੂਰਨ ਹੋਵੋ। ਆਮੀਨ ਆਮੀਨ। ਸਭਨਾਂ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਆਸੀਸ ਦੇਵੇ। ਅੱਜ ਦੇ ਦਿਨ ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ। ਅੱਜ ਵੀ ਪਰਮੇਸ਼ਰ ਆਪਾਂ ਨੂੰ ਇਸ ਪ੍ਰਕਾਰ ਵਚਨ ਪੜ੍ਹਨ ਦੇ ਵਿੱਚ ਅਗਵਾਈ ਕੀਤੀ ਅਤੇ ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਆਪਾਂ ਧਿਆਨ ਕਰਾਂਗੇ। ਉਤਪਤੀ ਦੀ ਕਿਤਾਬ ਅਧਿਆਇ 5 ਦੇ ਵਿੱਚ ਆਦਮ ਵੰਸ਼ ਦੀ ਕੁੱਲ ਪੱਤਰੀ ਨੂੰ ਆਪਾਂ ਵੇਖਦੇ ਹਾਂ। ਇਸ ਵਿੱਚ ਖਾਸ ਇੱਕ ਬੰਦੇ ਦੀ ਪ੍ਰਤੀ ਲਿਖਿਆ ਹੈ ਜਿਸ ਦਾ ਨਾਮ ਹਨੋਕ ਪਰਮੇਸ਼ਰ ਦੇ ਅੰਗ ਸੰਗ ਚੱਲਦਾ ਰਿਹਾ ਅਤੇ ਉਹ ਪਰਮੇਸ਼ਰ ਦੇ ਅੰਗ ਸੰਗ ਚੱਲਣ ਦੇ ਕਾਰਨ ਉਹ ਆਲੋਪ ਹੋ ਗਿਆ, ਯਾਨੀ ਕਿ ਪਰਮੇਸ਼ਰ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ। ਉਹ ਮੌਤ ਦੇ ਰਾਹੀਂ ਪਰਮੇਸ਼ਰ ਕੋਲ ਨਹੀਂ ਪਹੁੰਚਿਆ, ਸਗੋਂ ਪਰਮੇਸ਼ਰ ਦੇ ਅੰਗ ਸੰਗ ਚੱਲਦਾ ਰਿਹਾ। ਉਦਾਂ ਹੀ ਪਰਮੇਸ਼ਰ ਨੇ ਉਸ ਨੂੰ ਚੁੱਕ ਲਿਆ ਹੈ। ਇਸ ਅਧਿਆਇ ਦੇ ਵਿੱਚ ਹਨੋਕ ਦੇ ਰਾਹੀਂ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਪ੍ਰਗਟ ਹੁੰਦੀ ਹੈ। ਜੋ ਪਰਮੇਸ਼ਰ ਦੇ ਅੰਗ ਸੰਗ ਚੱਲਦਾ ਰਹੇਗਾ ਉਹਦੇ ਰਾਹੀਂ ਪਰਮੇਸ਼ਰ ਦੀ ਮਹਿਮਾ ਹੁੰਦੀ ਹੈ। ਲੇਵੀਆਂ ਦੀ ਪੋਥੀ ਅਧਿਆਇ 9 ਦੇ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਜਦ ਜਾਜਕ ਅਤੇ ਲੋਕ ਆਪਣੇ ਲਈ ਸੁੱਖ ਸਾਂਤ ਦੀਆਂ ਬਲੀਆਂ ਅਤੇ ਪੈਂਟਾਂ ਚੜਾਉਣ ਤੋਂ ਬਾਅਦ ਪ੍ਰਭੂ ਦੀ ਮਹਿਮਾ ਅੱਗ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ। ਲੇਵੀਆਂ ਦੀ ਪੋਥੀ ਅਧਿਆਇ 9 ਦੇ 23 ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਪਰਮੇਸ਼ਰ ਦੀ ਮਹਿਮਾ ਦਾ ਪ੍ਰਤਾਪ ਲੋਕਾਂ ਦੇ ਵਿਚਕਾਰ ਪ੍ਰਗਟ ਹੋਇਆ। ਉਹ ਉਦੋਂ ਹੋਇਆ ਜਦੋਂ ਪ੍ਰਭੂ ਲਈ ਬਲੀਦਾਨ ਚੜਾਉਣ ਤੋਂ ਬਾਅਦ ਹੀ ਪ੍ਰਭੂ ਦੀ ਮਹਿਮਾ ਦੀ ਪ੍ਰਤਾਪ ਲੋਕਾਂ ਦੇ ਵਿਚਕਾਰ ਦਰਸ਼ਨ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ। ਪ੍ਰਭੂ ਦੇ ਪਿਆਰਿਓ, ਇਸੇ ਪ੍ਰਕਾਰ ਅਧਿਆਇ 10 ਦੇ ਵਿੱਚ ਪ੍ਰਭੂ ਦੀ ਮਹਿਮਾ ਅੱਗ ਦੇ ਰਾਹੀਂ ਇਸ ਪ੍ਰਕਾਰ ਪ੍ਰਗਟ ਹੁੰਦੀ ਹੈ। ਹਾਰੂਨ ਦੇ ਪੁੱਤਰਾਂ ਜਿਹੜਾ ਅੱਗ ਉਪਰਾ ਹੈ ਉਸ ਨੂੰ ਪਰਮੇਸ਼ਰ ਦੇ ਸਨਮੁਖ ਧੂਪਦਾਨੀ ਦੇ ਵਿੱਚ ਪਾ ਕੇ ਧੂਪ ਦਿਖਾਉਣ ਲਈ ਲੈ ਆਉਂਦੇ। ਉਸ ਕਾਰਨ ਪ੍ਰਭੂ ਵੱਲੋਂ ਅੱਗ ਨਿਕਲ ਕੇ ਉਹਨਾਂ ਨੂੰ ਭਸਮ ਕਰ ਛੱਡਦੀ ਹੈ ਅਤੇ ਉੱਤੇ ਹਾਰੂਨ ਦੇ ਪੁੱਤਰ 2 ਮਰ ਜਾਂਦੇ। ਉਹਨਾਂ ਦੇ ਮੌਤ ਦੇ ਰਾਹੀਂ ਪਰਮੇਸ਼ਰ ਦੀ ਵਡਿਆਈ ਹੁੰਦੀ ਹੈ। ਇਸ ਅਧਿਆਇ ਦੇ 3 ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਪਰਮੇਸ਼ਰ ਦੀ ਮਹਿਮਾ ਇਦਾਂ ਹੀ ਲੋਕਾਂ ਦੇ ਵਿਚਕਾਰ ਪ੍ਰਗਟ ਹੋਣਾ ਪ੍ਰਭੂ ਦੀ ਮਰਜ਼ੀ ਹੈ। ਪ੍ਰਭੂ ਦੇ ਪਿਆਰਿਓ, ਪਹਿਲਾਂ ਆਪਾਂ ਵੇਖਿਆ ਉਤਪਤੀ ਦੇ 5ਵੇਂ ਆਇਤ ਦੇ ਵਿੱਚ ਜਿਹੜਾ ਪ੍ਰਭੂ ਦੇ ਅੰਗ ਸੰਗ ਚੱਲਦਾ ਰਹੇਗਾ ਉਹਦੇ ਰਾਹੀਂ ਪਰਮੇਸ਼ਰ ਦੀ ਵਡਿਆਈ ਹੁੰਦੀ। ਔਰ ਪ੍ਰਭੂ ਦੀ ਵਡਿਆਈ ਉਦੋਂ ਹੁੰਦੀ ਹੈ ਜਦੋਂ ਲੋਕ ਪਰਮੇਸ਼ਰ ਲਈ ਬਲੀਦਾਨ ਭੇਟਾਂ ਚੜਾਉਂਦੇ। ਔਰ ਤੀਸਰੀ ਗੱਲ ਆਪਾਂ ਉਰੇ ਵੇਖਦੇ ਹਾਂ, ਪਰਮੇਸ਼ਰ ਦੀ ਮਹਿਮਾ ਉਰੇ ਲੋਕਾਂ ਦੀ ਮੌਤ ਦੇ ਰਾਹੀਂ ਪ੍ਰਗਟ ਹੁੰਦੀ। ਪ੍ਰਭੂ ਦੇ ਪਿਆਰਿਓ, ਆਪਾਂ ਕਈ ਵਾਰ ਮੌਤ ਨੂੰ ਇਸ ਪ੍ਰਕਾਰ ਸੋਚਦੇ ਹਾਂ ਮਾੜੀ ਚੀਜ਼ ਹੈ। ਹਾਰੂਨ ਦੇ ਪੁੱਤਰਾਂ ਲਈ ਉਹ ਮਾੜੀ ਸੀ, ਪਰ ਪ੍ਰਭੂ ਲਈ ਉਹ ਮਹਿਮਾ ਦਾ ਕਾਰਨ ਸੀ। ਮਤੀ ਦੀ ਇੰਜੀਲ ਅਧਿਆਇ 5 ਦੇ ਵਿੱਚ ਪ੍ਰਭੂ ਦੀ ਮਹਿਮਾ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਦੋਂ ਹੁੰਦੀ ਹੈ ਉਹਦੇ ਜੀਵਨ ਦੇ ਰਾਹੀਂ। ਤੁਹਾਡਾ ਚਾਨਣ ਜਗਤ ਉੱਤੇ ਚਮਕੇ, ਤੁਹਾਡੇ ਸ਼ੁਭ ਕਰਮਾਂ ਨੂੰ ਲੋਕ ਵੇਖ ਕੇ ਪਰਮੇਸ਼ਰ ਦਾ ਵਡਿਆਈ ਕਰੇ। ਇਹਦਾ ਮਤਲਬ ਆਪਣੀ ਜ਼ਿੰਦਗੀ ਰਾਹੀਂ ਪਰਮੇਸ਼ਰ ਦੀ ਵਡਿਆਈ ਹੁੰਦੀ ਹੈ। ਪ੍ਰਭੂ ਦੇ ਪਿਆਰਿਓ, ਪ੍ਰਭੂ ਆਪਣੀ ਜ਼ਿੰਦਗੀ ਦੇ ਰਾਹੀਂ ਮਹਿਮਾ ਚਾਹੁੰਦਾ ਹੈ, ਵਡਿਆਈ ਨੂੰ ਚਾਹੁੰਦਾ ਹੈ। ਸੋ ਆਪਾਂ ਉਹਦੀ ਮਹਿਮਾ ਦੇ ਲਾਇਕ ਜੀਵਨ ਜੀਏ ਅਤੇ ਪਰਮੇਸ਼ਰ ਦੀ ਵਡਿਆਈ ਕਰੀਏ। ਸਭਨਾਂ ਨੂੰ ਜੈ ਮਸੀਹ ਦੀ। ਗॉड ब्लेस यू।